ਸਤਿ ਸ਼੍ਰੀ ਅਕਾਲ। ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਗੱਲ ਕਰਦੇ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਦੀ। ਗੱਲ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਿਕਿਉਰਿਟੀ ਦੀ। ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭੱਗ ਗਈ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕੇਂਦਰ ਵੱਲੋਂ ਦਿੱਤੀ ਜਾ ਰਹੀ ਜ਼ੈਡ ਸਿਕਿਉਰਿਟੀ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਾਰੇ ਮਸਲੇ ਤੇ ਸਿਆਸਤ ਪੂਰੀ ਤਰ੍ਹਾਂ ਭੱਗ ਗਈ ਹੈ ਅਤੇ ਇਸ ਸਾਰੇ ਮਸਲੇ ਦੀਆਂ ਅੰਦਰਲੀਆਂ ਗੱਲਾਂ ਜਾਣਨ ਲਈ ਸਿੱਧਾ ਰੁਖ ਕਰਦੇ ਹਾਂ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦਾ। ਡੱਲਾ ਜੀ, ਕਿਵੇਂ ਦੇਖਦੇ ਹੋ ਇਸ ਸਾਰੀ ਖਬਰ ਨੂੰ? देखो, श्री अकाल तख्त साहब के जथेदार ਗਿਆਨੀ हरप्रीत सिंह जी ਵੱਲੋਂ बहुत ਨਿਮਰਤਾ ਦੇ ਨਾਲ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਜ਼ੈਡ ਸਿਕਿਉਰਿਟੀ ਦੇਣ ਦੇ ਪ੍ਰਸਤਾਵ ਤੇ ਉਹਨਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਇੱਕ ਤਰੀਕੇ ਨਾਲ ਜਥੇਦਾਰ ਸਾਹਿਬ ਨੇ ਜ਼ੈਡ ਸਿਕਿਉਰਿਟੀ ਲੈਣ ਦੀ ਜਿਹੜੀ ਉਹਨਾਂ ਨੂੰ ਪੇਸ਼ਕਸ਼ ਹੋਈ ਸੀ ਉਹਨੂੰ ਇਨਕਾਰ ਕਰ ਦਿੱਤਾ ਹੈ ਔਰ ਇਹਦੇ ਨਾਲ ਇੱਕ ਵਾਰੀ ਫੇਰ ਪੂਰੀ ਸਿਆਸਤ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਗਰਮ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਗ੍ਰਹਿ ਮੰਤਰਾਲੇ ਦਾ, ਭਾਰਤ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਕਿ ਉਹਨਾਂ ਨੇ ਇਹ ਜਿਹੜੀ ਪਹਿਲ ਕਦਮੀ ਕੀਤੀ ਹੈ। ਹਾਲਾਂਕਿ ਇਹ ਤਰਕ ਦਿੱਤੇ ਜਾ ਰਹੇ ਨੇ ਕੇਂਦਰ ਸਰਕਾਰ ਵੱਲੋਂ ਕਿ ਕੁਝ ਇਸ ਤਰੀਕੇ ਦੀਆਂ ਇਨਪੁਟ ਸੀਗੀਆਂ, ਰਿਪੋਰਟਾਂ ਸੀਗੀਆਂ ਗ੍ਰਹਿ ਮੰਤਰਾਲੇ ਕੋਲੇ, ਜਿਸ ਤੋਂ ਬਾਅਦ ਇਹ ਉਹਨਾਂ ਨੇ ਇੱਕ ਜ਼ਰੂਰੀ ਕਦਮ ਹੈ ਜਿਹੜਾ ਉਹ ਚੁੱਕਿਆ। ਜਦਕਿ ਕੁਝ ਲੋਕ ਇਸ ਪੱਖ 'ਚ ਵੀ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜੀ ਟਾਸਕ ਫੋਰਸ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦੀ ਜਿਹੜੀ ਸੁਰੱਖਿਆ ਹੈ ਉਹ ਉਹਨਾਂ ਨੇ ਲੈ ਵੀ ਲਈ ਹੈ ਤੇ ਉਹੀ ਲੈਣੀ ਚਾਹੀਦੀ ਹੈ ਤੇ ਉਹਦੇ ਵਿੱਚ ਵਾਧਾ ਕਰ ਲੈਣਾ ਚਾਹੀਦਾ। ਦੂਜੇ ਪਾਸੇ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਨੇ ਉਹ ਇਹ ਕੋਸ਼ਿਸ਼ ਕਰ ਰਹੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਸੁਰੱਖਿਆ ਜਿਹੜੀ ਪਹਿਲਾਂ ਉਹਨਾਂ ਦੇ ਨਾਲ ਸੀ ਉਹਨੂੰ ਦੁਬਾਰਾ ਲੈਣਾ ਸਵੀਕਾਰ ਕਰ ਲੈਣ। ਇਹ ਕੋਸ਼ਿਸ਼ਾਂ ਪੰਜਾਬ ਪੁਲਿਸ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ। ਸੋ ਕੁੱਲ ਮਿਲਾ ਕੇ ਇਸ ਮਸਲੇ ਤੇ ਸਾਰੀਆਂ ਧਿਰਾਂ ਨੇ ਜਿਹੜੀਆਂ ਉਹ ਹੁਣ ਆਪੋ ਆਪਣਾ ਪੱਖ ਰੱਖ ਰਹੀਆਂ ਨੇ। ਪਰ ਜਦੋਂ ਪਿਛਲੇ ਸਮੇਂ 'ਚ ਪੰਜਾਬ ਸਰਕਾਰ ਨੇ ਕੁਝ ਲੋਕਾਂ ਦੀ ਸੁਰੱਖਿਆ ਵਾਪਸ ਲਈ ਸੀ, ਅਗਰ ਉਸ ਵੇਲੇ ਹੀ ਪੰਜਾਬ ਸਰਕਾਰ ਇਹ ਕਹਿ ਦਿੰਦੀ ਕਿ ਇਹ ਆਰਜ਼ੀ ਤੌਰ ਤੇ ਸੁਰੱਖਿਆ ਵਾਪਸ ਲਈ ਜਾ ਰਹੀ ਹੈ, ਇਹ ਘੱਲੂਘਾਰਾ ਸਮਾਗਮਾਂ ਤੋਂ ਬਾਅਦ ਅਸੀਂ ਸੁਰੱਖਿਆ ਵਾਪਸ ਮੋੜ ਦਿਆਂਗੇ, ਲੈਂਡ ਆਰਡਰ ਦੀ ਕਿਸੇ ਤਰ੍ਹਾਂ ਦੀ ਸੂਬੇ 'ਚ ਕੋਈ ਦਿੱਕਤ ਨਾ ਆਵੇ, ਇਸ ਕਰਕੇ ਅਸੀਂ ਆਰਜ਼ੀ ਤੌਰ ਤੇ ਸੁਰੱਖਿਆ ਵਾਪਸ ਲੈ ਰਹੇ ਹਾਂ। ਸੋ ਉਸ ਵੇਲੇ ਇਸ ਤਰੀਕੇ ਦੇ ਬਿਆਨ ਨਹੀਂ ਆਏ। ਉਸ ਵੇਲੇ ਜਿਹੜੀ 424 ਸੁਰੱਖਿਆ ਵਾਪਸੀ ਦੀ ਗੱਲ ਆਈ, ਉਹਨੂੰ ਇਸ ਤਰੀਕੇ ਨਾਲ ਪ੍ਰਚਾਰ ਕੀਤਾ ਗਿਆ ਕਿ ਅਸੀਂ VVIP ਕਲਚਰ ਖਤਮ ਕਰਨ ਵਾਲੇ ਪਾਸੇ ਚੱਲ ਰਹੇ ਹਾਂ। ਹਾਲਾਂਕਿ ਬਹੁਤ ਸਾਰੇ ਮੌਜੂਦਾ ਤੇ ਸਾਬਕਾ ਅਫਸਰਾਂ ਦੀ ਸੁਰੱਖਿਆ ਵੀ ਘਟਾਈ ਗਈ ਜਿਹੜੀ ਕਿ ਲਾਜ਼ਮੀ ਸੀ। ਪਰ ਜੇ ਕਿਸੇ ਨੂੰ ਕੋਈ ਥ੍ਰੈਟ ਸੀ, ਅਗਰ ਮੁਕੰਮਲ ਰਿਵਿਊ ਕਰਕੇ, ਪ੍ਰੋਪਰ ਰਿਪੋਰਟਾਂ ਲੈ ਕੇ, ਪ੍ਰੋਸੀਜਰ ਫੋਲੋ ਕਰਕੇ, ਇੰਟੈਲੀਜੈਂਸ CID ਦੀ ਇਨਪੁਟ, ਜ਼ਿਲ੍ਹਾ ਅਫਸਰਾਂ ਦੀਆਂ ਰਿਪੋਰਟਾਂ ਲੈ ਕੇ ਉਹ ਫੈਸਲੇ ਕੀਤੇ ਗਏ ਸੀ, ਫਿਰ ਤਾਂ ਸਮਝ ਆਉਂਦਾ। ਲੇਕਿਨ ਅਗਰ ਆਰਜ਼ੀ ਤੌਰ ਤੇ ਲਈ ਗਈ ਸੀ ਇਹ ਸੁਰੱਖਿਆ ਵਾਪਸ, ਤੇ ਉਸੇ ਵੇਲੇ ਦੱਸ ਦੇਣਾ ਚਾਹੀਦਾ ਸੀ, ਫਿਰ ਸੁਰੱਖਿਆ ਤੇ ਇੰਨਾ ਜ਼ਿਆਦਾ ਵਿਵਾਦ ਪੈਦਾ ਹੀ ਨਹੀਂ ਸੀ ਹੋਣਾ। ਔਰ ਹੁਣ ਆਉਂਦੇ ਦਿਨਾਂ 'ਚ ਜਿਹੜਾ ਵਿਵਾਦ ਹੈ ਇਹ ਲੰਮਾ ਚੱਲਣ ਦਾ ਜਿਹੜਾ ਖਤਰਾ ਉਹ ਸਰਕਾਰਾਂ ਦੇ ਰਵੱਈਏ ਕਰਕੇ ਬਣਿਆ ਹੋਇਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਿਕਿਉਰਿਟੀ ਦੇ ਮਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਇਸ ਮਸਲੇ ਤੇ ਪੂਰੀ ਜਾਣਕਾਰੀ ਦਿੰਦਿਆਂ ਕੀ ਕਿਹਾ, ਆਓ ਸੁਣਦੇ ਹਾਂ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਸਤਿਕਾਰਿਤ ਹਸਤੀ ਹੈ ਔਰ ਸਰਕਾਰਾਂ ਦਾ ਫਰਜ਼ ਬਣਦਾ ਹੈ ਇਹੋ ਜਿਹੀਆਂ ਸ਼ਖਸੀਅਤਾਂ ਦੀ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾਵੇ। ਪਿਛਲੇ ਦਿਨਾਂ 'ਚ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਰਹੀਆਂ, ਉਹਦੇ ਪਿੱਛੇ ਪੰਜਾਬ ਸਰਕਾਰ ਦੀ ਜਿਹੜੀ ਮਨਸ਼ਾ ਸੀ ਉਹ 6 ਜੂਨ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਸਿਕਿਉਰਿਟੀ ਰਿਵਿਊ ਦੀ ਪ੍ਰਕਿਰਿਆ ਸੀ। ਅੱਜ ਕੇਂਦਰ ਦੀ ਸਰਕਾਰ ਨੇ ਉਹਨਾਂ ਨੂੰ ਜ਼ੈਡ ਸਿਕਿਉਰਿਟੀ ਦੇਣ ਦਾ ਜਿਹੜਾ ਫੈਸਲਾ ਕੀਤਾ, ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਕਿਉਂਕਿ ਇਹੋ ਜਿਹੀਆਂ ਹਸਤੀਆਂ ਦੇ ਨਾਮ ਤੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਔਰ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਦੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ। ਹੁਣ ਗੱਲ ਕਰਦੇ ਹਾਂ BJP ਦੇ ਆਗੂ ਮਨੋਰੰਜਨ ਕਾਲੀਆ ਦੀ। ਮਨੋਰੰਜਨ ਕਾਲੀਆ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਿਕਿਉਰਿਟੀ ਦੇ ਮਸਲੇ ਨੂੰ ਲੈ ਕੇ ਵੱਡੀ ਗੱਲ ਆਖ ਦਿੱਤੀ ਹੈ। ਦੇਖੋ, ਗੱਲ ਇਹ ਹੈ ਕਿ ਸਿਕਿਉਰਿਟੀ ਦਾ ਥ੍ਰੈਟ ਪਰਸੈਪਸ਼ਨ ਹੁੰਦਾ, ਠੀਕ ਹੈ ਨਾ ਜੀ। ਹੁਣ ਤੁਸੀਂ 424 ਬੰਦਿਆਂ ਦੀ ਸਿਕਿਉਰਿਟੀ ਸਲੈਸ਼ ਡਾਊਨ ਕੀਤੀ, ਵਾਪਸ ਦਿੱਤੀ ਔਰ ਫਿਰ ਤੁਸੀਂ ਇਹ ਦੇਖੋ ਕਿ ਉਹ ਸਾਰੇ ਨੂੰ ਛਾਇਆ ਕਰਤਾ ਅਖਬਾਰ ਦੇ ਵਿੱਚ ਕਿ ਇਹਦੀ ਇੰਨੀ ਸਿਕਿਉਰਿਟੀ, ਕਿਹਦੀ ਇੰਨੀ। ਉਹਦੇ ਕਾਰਨ ਹੀ ਸਿੱਧੂ ਮੂਸਾਵਾਲਾ ਦੀ ਹੱਤਿਆ ਹੋਈ ਹੈ। ਔਰ ਦੂਸਰੇ ਪਾਸੇ ਕੇਜਰੀਵਾਲ ਨੂੰ ਤੁਸੀਂ ਉੱਥੇ 80 ਬੰਦੇ ਭੇਜਤੇ, ਉਹਦੇ ਆਪਣਾ ਜਿਹੜਾ ਰਾਘਵ ਚੱਡਾ ਉਹਨੂੰ 45 ਭੇਜਤੇ, 90 ਉਹਨੂੰ ਭੇਜੇ, 45 ਉਹਨੂੰ ਭੇਜਤੇ, 20 ਜਿਹੜਾ ਹੈਗਾ ਮਾਨ ਸਾਹਿਬ ਦੀ ਭੈਣ ਨੂੰ ਜਿਹੜਾ ਹੈਗਾ ਕਿ ਖਤਰਾ ਉੱਥੇ ਦੇ ਦਿੱਤੇ ਆ। ਸੋ ਮਤਲਬ ਸਵਾਲ ਇਹ ਕਿ ਕਿਸ ਸੋਚ ਨਾਲ ਕਾਰਜ ਕਰ ਰਹੇ ਆ, ਕਿਸ ਸੋਚ
ਮੈਂ ਕਿਹਾ ਜੀ ਉਹ ਸੈਂਟਰਲ ਗਵਰਨਮੈਂਟ ਨੇ ਤਾਂ ਅਸੀਂ ਐਪਰੀਸ਼ੀਏਟ ਕਰਦੇ ਹਾਂ। ਸੈਂਟਰਲ ਗਵਰਨਮੈਂਟ ਨੇ ਤਾਂ ਦੇਖੋ ਗੱਲ ਇਹ ਹੈਗਾ, ਉਹਨਾਂ ਤਾਂ ਜ਼ਿੰਮੇਵਾਰੀ ਹੈ, ਜੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣਗੇ ਉਹ ਤਾਂ ਦੇਣਗੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣੀ ਜਿਹੜੇ ਹੈਗੇ ਆ, ਉਹ ਸਾਰੇ ਪੰਜਾਬੀਆਂ ਦੇ ਮਨ ਨਹੀਂ ਹੈ, ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਮਨ ਨਹੀਂ ਹੈ, ਤਾਂ ਉਸ ਨਾਤੇ ਉਹਨੇ ਸਿਕਿਉਰਿਟੀ ਜ਼ਰੂਰੀ ਹੈ ਔਰ ਠੀਕ ਕਦਮ ਹੈ। ਹੁਣ ਗੱਲ ਕਰਦੇ ਹਾਂ ਸੰਗਰੂਰ ਜ਼ਿਮਨੀ ਚੋਣਾਂ ਦੀ। ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਗੁਰਮੇਲ ਸਿੰਘ ਨੂੰ ਟਿਕਟ ਦੇ ਕੇ ਵੱਡਾ ਸਿਆਸੀ ਦਾਅ ਖੇਡ ਦਿੱਤਾ। ਉਧਰ ਦੂਜੇ ਪਾਸੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਉੱਥੋਂ ਕੋਈ ਮਜ਼ਬੂਤ ਉਮੀਦਵਾਰ ਨਹੀਂ ਲੱਭ ਰਿਹਾ। ਇਸ ਸਾਰੇ ਮਸਲੇ ਨੂੰ ਲੈ ਕੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਹ ਸੁਝਾਅ ਦਿੱਤਾ ਹੈ ਕਿ ਜੇਕਰ ਸਾਰੀ ਪਾਰਟੀਆਂ ਮਿਲ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਸੰਗਰੂਰ ਜ਼ਿਮਨੀ ਚੋਣਾਂ ਲਈ ਮਨਾ ਲੈਣ ਤਾਂ ਪੰਜਾਬ ਦਾ ਭਲਾ ਹੋ ਸਕਦਾ। ਇਸ ਸਾਰੀ ਖਬਰ ਤੇ ਚਰਚਾ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਡੱਲਾ ਜੀ ਤੋਂ ਜਾਣਦੇ ਹਾਂ ਇਸ ਸਾਰੀ ਖਬਰ ਦੇ ਬਾਰੇ। ਦੇਖੋ, ਆਮ ਆਦਮੀ ਪਾਰਟੀ ਨੇ ਇੱਕ ਬਹੁਤ ਵੱਡਾ ਸਿਆਸੀ ਦਾਅ ਖੇਡਤਾ। ਉਹਨਾਂ ਨੇ ਇੱਕ ਤਾਂ ਉਮੀਦਵਾਰ ਪਾਰਟੀ ਦਾ ਵਲੰਟੀਅਰ ਐਲਾਨਤਾ। ਗੁਰਮੇਲ ਸਿੰਘ ਪਾਰਟੀ ਦੇ ਬੜੇ ਪੁਰਾਣੇ ਵਲੰਟੀਅਰ ਸੀ, ਆਗੂ ਬਣੇ, ਹੁਣ ਇੰਚਾਰਜ ਦੇ ਤੌਰ ਤੇ ਵੀ ਜ਼ਿਲ੍ਹੇ 'ਚ ਉਹਨਾਂ ਕੋਲੇ ਵੱਡੀ ਜ਼ਿੰਮੇਵਾਰੀ ਸੀ ਔਰ ਵਾਤਾਵਰਣ ਦੀ ਸੰਭਾਲ ਲਈ ਵੀ ਉਹ 2008 ਤੋਂ ਬਹੁਤ ਚੰਗੇ ਕੰਮ ਕਰਦੇ ਰਹੇ ਨੇ। ਸੋ ਇਸ ਕਰਕੇ ਉਹਨਾਂ ਦੀ ਇੱਕ ਸਾਫ਼ ਸੁਥਰੀ ਛਵੀ ਹੈ ਔਰ ਇੱਕ ਆਮ ਆਦਮੀ ਪਾਰਟੀ ਨੇ ਆਪਣੇ ਆਪ ਨੂੰ ਪਰਿਵਾਰਵਾਦ ਦੇ ਇਲਜ਼ਾਮਾਂ ਤੋਂ ਬਚਾ ਲਿਆ। ਅਗਰ ਭਗਵੰਤ ਮਾਨ ਜੀ ਦੇ ਭੈਣ ਨੂੰ ਟਿਕਟ ਦਿੰਦੇ, ਉਹਦੇ ਨਾਲ ਫਿਰ ਇਲਜ਼ਾਮ ਵਿਰੋਧੀ ਪਾਰਟੀਆਂ ਨੇ ਲਾਉਣੇ ਸੀ ਕਿ ਆਮ ਆਦਮੀ ਪਾਰਟੀ 'ਚ ਵੀ ਪਰਿਵਾਰਵਾਦ ਹੈ। ਹਾਲਾਂਕਿ ਬਹੁਤ ਸਾਰੇ ਲੋਕ ਲਗਾਤਾਰ ਪੋਸਟਰ ਵੀ ਆਪ ਮੁਹਾਰੇ ਲਾ ਰਹੇ ਸੀ, ਮੰਗ ਵੀ ਕਰ ਰਹੇ ਸੀ ਕਿ ਭਗਵੰਤ ਮਾਨ ਜੀ ਦੇ ਛੋਟੇ ਭੈਣ ਨੇ, ਉਹਨਾਂ ਨੂੰ ਉਮੀਦਵਾਰ ਬਣਾਇਆ ਜਾਵੇ। ਉਹਨਾਂ ਕੋਲੇ ਬੋਲਣ ਦੀ ਕਲਾ ਵੀ ਸੀ ਔਰ ਉਹਨਾਂ ਨੇ ਪ੍ਰਚਾਰ ਵੀ ਬਹੁਤ ਕੀਤਾ ਭਗਵੰਤ ਮਾਨ ਜੀ ਦੇ ਹੱਕ 'ਚ ਪਹਿਲਾਂ। ਪਰ ਭਗਵੰਤ ਮਾਨ ਜਿੱਥੇ ਆਪਣੀ ਛਵੀ ਨੂੰ ਮਜ਼ਬੂਤ ਕਰ ਗਏ, ਮਜ਼ਬੂਤ ਰੱਖਣ 'ਚ ਕਾਮਯਾਬ ਰਹੇ, ਉੱਥੇ ਹੀ ਆਪਣੇ ਸਟੈਂਡ 'ਤੇ ਵੀ ਕਾਇਮ ਰਹੇ ਕਿ ਆਮ ਆਦਮੀ ਪਾਰਟੀ 'ਚ ਅਸੀਂ ਹੁਣ ਵਲੰਟੀਅਰਸ ਨੂੰ ਅੱਗੇ ਕਰਨਾ ਹੈ। ਸੋ ਵਲੰਟੀਅਰਸ ਨੂੰ ਟਿਕਟ ਮਿਲਣ ਦੇ ਨਾਲ ਆਮ ਆਦਮੀ ਪਾਰਟੀ 'ਚ ਚਾਅ ਦਾ ਮਾਹੌਲ ਹੈ। ਪਰ ਵਿਰੋਧੀ ਪਾਰਟੀਆਂ ਦੀ ਰਣਨੀਤੀ ਕੀ ਹੈ, ਉਹਦੇ ਨਾਲ ਇਹ ਮੁਕਾਬਲਾ ਬੜਾ ਸਖਤ ਬਣ ਸਕਦਾ ਹੈ। ਹਾਲਾਂਕਿ 3 ਮਹੀਨਿਆਂ ਦੀ ਕਾਰਗੁਜ਼ਾਰੀ ਲੋਕਾਂ ਨੇ ਪਸੰਦ ਕੀਤੀ ਨਹੀਂ ਕੀਤੀ, ਇਹ ਪਤਾ ਲੱਗੇਗੀ। ਸਰਕਾਰੀ ਮੁਲਾਜ਼ਮਾਂ ਦੇ ਪ੍ਰੋਟੈਸਟ ਲਗਾਤਾਰ ਚੱਲ ਰਹੇ ਨੇ, ਸੰਗਰੂਰ 'ਚ ਚੱਲ ਰਹੇ ਨੇ, ਬਰਨਾਲਾ 'ਚ ਚੱਲ ਰਹੇ ਨੇ। ਪੰਜਾਬ ਦੇ ਸਰਕਾਰੀ ਮੁਲਾਜ਼ਮ ਸਭ ਤੋਂ ਵੱਧ ਬਦਲਾਅ ਚਾਹੁੰਦੇ ਸੀ। ਉਹਨਾਂ ਨੂੰ ਇਹ ਬਦਲਾਅ ਕਿੰਨਾ ਕੁ ਰਾਸ ਆਇਆ, 3 ਮਹੀਨਿਆਂ ਦੀ ਕਾਰਗੁਜ਼ਾਰੀ 'ਚ ਕਿੰਨੇ ਕੁ ਵਾਅਦੇ ਉਹਨਾਂ ਨਾਲ ਪੂਰੇ ਹੋਏ, ਉਹਨਾਂ ਦਾ ਵੀ ਪਤਾ ਲੱਗੂਗਾ। ਸੋ ਬੜਾ ਸਖਤ ਮੁਕਾਬਲਾ ਹੋਣਾ ਹੈ। ਸਿਮਰਨਜੀਤ ਸਿੰਘ ਮਾਨ ਮੁਕਾਬਲੇ 'ਚ ਨੇ। ਹੋ ਸਕਦਾ ਹੈ ਸੁਖਬੀਰ ਬਾਦਲ ਤੇ ਸਿਮਰਨਜੀਤ ਸਿੰਘ ਮਾਨ ਦੇ ਵਿਚਾਲੇ ਕੋਈ ਸਮਝੌਤਾ ਹੋਵੇ। ਕੱਲ ਰਾਤ ਮਿਲੇ ਨੇ ਸੁਖਬੀਰ ਬਾਦਲ। ਦੂਜੇ ਪਾਸੇ ਬਾਕੀ ਪਾਰਟੀਆਂ, ਕਾਂਗਰਸ ਕੀ ਕਰਦੀ ਹੈ? ਹਾਲਾਂਕਿ ਰਾਜਾ ਵੜਿੰਗ ਨੇ ਕੱਲ ਇੱਕ ਵੱਡਾ ਸੁਝਾਅ ਦਿੱਤਾ ਕਿ ਅਗਰ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਸਾਂਝਾ ਉਮੀਦਵਾਰ ਲਿਆਉਣ ਸਿੱਧੂ ਮੂਸੇਵਾਲਾ ਜੀ ਦੇ ਪਿਤਾ ਨੂੰ, ਉਹ ਸਾਰੀਆਂ ਪਾਰਟੀਆਂ ਅਗਰ ਸਵੀਕਾਰ ਕਰ ਲੈਣ ਸਾਂਝਾ ਉਮੀਦਵਾਰ, ਜਾਂ ਉਹਨਾਂ ਨੂੰ ਬੇਨਤੀ ਕਰ ਲੈਣ, ਸਵੀਕਾਰ ਨਹੀਂ, ਉਹਨਾਂ ਨੂੰ ਬੇਨਤੀ ਕਰ ਲੈਣ ਤੇ ਉਹਨਾਂ ਨੂੰ ਮਨਾ ਲੈਣ ਅਗਰ, ਕਿਉਂਕਿ ਉਹ ਪਰਿਵਾਰ ਲੱਗਦਾ ਨਹੀਂ ਕਿ ਇੰਨੀ ਛੇਤੀ ਮੰਨੂਗਾ। ਸੋ ਰਾਜਾ ਵੜਿੰਗ ਜੀ ਨੇ ਕੱਲ ਟੀਵੀਆਂ ਤੇ ਬੋਲ ਰਹੇ ਸੀ ਕਿ ਅਗਰ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਮਨਾ ਲੈਣ ਮੂਸੇਵਾਲਾ ਜੀ ਦੇ ਪਰਿਵਾਰ ਨੂੰ ਇਸ ਚੋਣ ਲਈ ਤੇ ਉਹਨਾਂ ਨੂੰ ਸਾਂਝੇ ਉਮੀਦਵਾਰ ਅਗਰ ਮੰਨ ਲਿਆ ਜਾਵੇ ਤਾਂ ਫਿਰ ਬੜਾ ਸਖਤ ਮੁਕਾਬਲਾ ਹੋ ਸਕਦਾ। ਸੋ ਹਜੇ 2 ਦਿਨ ਹੋਰ ਨੇ, ਅੱਜ 4 ਤਰੀਕ ਹੈ, ਕੱਲ 5 ਹੈ, ਪਰਸੋਂ ਆਖਰੀ ਦਿਨ ਹੈ ਨਾਮਜ਼ਦਗੀ ਦਾ। ਸੋ ਆ ਜਿਹੜੇ ਅਗਲੇ 72 ਘੰਟੇ ਨੇ ਇਹ ਬਹੁਤ ਅਹਿਮ ਨੇ ਸੰਗਰੂਰ ਦੀ ਸੀਟ ਦੀ ਸਿਆਸਤ ਲਈ। ਗੱਲ ਕਰਦੇ ਹਾਂ ਕਾਂਗਰਸ ਦੀ। ਕੱਲ ਕਾਂਗਰਸ ਦੇ ਕਈ ਐਕਸ MLAs ਵੀ ਸਿੱਧੂ ਮੂਸੇਵਾਲੇ ਦੇ ਘਰ ਪਹੁੰਚੇ ਅਤੇ ਉਹਨਾਂ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੁਲਾਕਾਤ ਦੌਰਾਨ ਕਾਂਗਰਸ ਦੇ ਕਈ ਵੱਡੇ ਆਗੂ ਸ਼ਾਮਲ ਰਹੇ, ਜਿਸ ਵਿੱਚ ਹਰਦਿਆਲ ਸਿੰਘ, ਸੁਰਜੀਤ ਸਿੰਘ, ਰਜਿੰਦਰ ਸਿੰਘ, ਨਿਰਮਲ ਸਿੰਘ, ਨਵਤੇਜ ਚੀਮਾ, ਜਗਦੇਵ ਸਿੰਘ, ਪਿਰਮਲ ਸਿੰਘ ਵਰਗੇ ਵੱਡੇ ਆਗੂ ਵੀ ਸ਼ਾਮਿਲ ਰਹੇ। ਉਧਰ ਕੱਲ ਰਾਜ ਸਭਾ ਦੀ ਸੀਟਾਂ ਦੇ ਉਮੀਦਵਾਰ ਵੀ ਚੁਣ ਲਏ ਗਏ ਹਨ। ਪੰਜਾਬ ਦੀਆਂ 2 ਰਾਜ ਸਭਾ ਸੀਟਾਂ ਲਈ ਕਿਹੜੇ ਚਿਹਰਿਆਂ ਤੇ ਲੱਗੀ ਮੋਹਰ, ਸੁਣੋ ਵਿਧਾਨ ਸਭਾ ਦੇ ਸਕੱਤਰ ਤੋਂ। ਅੱਜ ਲਾਸਟ ਡੇਟ ਵਿਡਰਾਲ ਦੀ ਸੀ, ਕਿਸੇ ਵੀ ਕੈਂਡੀਡੇਟ ਨੇ ਵਿਡਰਾ ਨਹੀਂ ਕੀਤਾ। ਇਨਫੈਕਟ 2 ਹੀ ਸਾਡੇ ਕੋਲ ਸੀਟਾਂ ਸੀ ਤੇ 2 ਕੈਂਡੀਡੇਟ ਸੀ ਤੇ ਦੋਵਾਂ ਨੂੰ ਅਸੀਂ ਅਨਅਪੋਜ਼ਡ ਅਸੀਂ ਡਿਕਲੇਅਰ ਕਰ ਦਿੱਤਾ। ਇੱਕ ਸੰਤ ਬਾਬਾ ਸੀਚੇਵਾਲ, ਬਲਵੀਰ ਸਿੰਘ ਸੀਚੇਵਾਲ ਸੀ, ਇੱਕ ਵਿਕਰਮਜੀਤ ਸਿੰਘ ਸਾਨੀ ਜੀ ਸੀਗੇ। ਦੋਵਾਂ ਨੂੰ ਅਸੀਂ ਅਨਅਪੋਜ਼ਡ ਡਿਕਲੇਅਰ ਕਰ ਦਿੱਤਾ ਤੇ ਉਹਨਾਂ ਨੂੰ ਸਰਟੀਫਿਕੇਟ ਦੇ ਦਿੱਤੇ। ਇੱਕ ਸਰਦਾਰ ਬਲਵਿੰਦਰ ਸਿੰਘ ਭੁੰਦੜ SAD ਦੇ ਮੈਂਬਰ ਸੀ, ਉਹਨਾਂ ਦੀ ਟਰਮ ਖਤਮ ਹੋਣੀ ਸੀਗੀ। ਇੱਕ ਮੈਡਮ ਅੰਬਿਕਾ ਸੋਨੀ INC ਦੇ ਕੈਂਡੀਡੇਟ ਸੀ। ਇਹਨਾਂ ਦੀ 5 ਜੁਲਾਈ ਤੱਕ ਟਰਮ ਹੈ। 5 ਜੁਲਾਈ ਤੋਂ ਬਾਅਦ ਇਹਨਾਂ ਦੀ ਟਰਮ ਸ਼ੁਰੂ ਹੋ ਗਈ। ਇਹਨਾਂ ਨੇ 24 ਮਈ ਨੂੰ ਸਕਰੂਟਨੀ ਸ਼ੁਰੂ ਸੀ, 31 ਮਈ ਤੱਕ ਹੋਣੀ ਸੀਗੀ ਤੇ ਇਹਨਾਂ ਨੇ ਲਾਸਟ ਡੇ ਨੂੰ ਇਹਨਾਂ ਨੇ ਆਪਣੀ ਨੋਮੀਨੇਸ਼ਨ ਭਰੀ ਹੈ। ਤੇ ਜੇਕਰ ਹੋਰ ਕੈਂਡੀਡੇਟ ਆ ਜਾਂਦੇ ਤਾਂ ਫਿਰ ਇਲੈਕਸ਼ਨ ਹੋਣੀ ਸੀਗੀ, ਕਿਉਂਕਿ ਹੋਰ ਕੈਂਡੀਡੇਟ ਨਹੀਂ ਆਏ ਤੇ ਇਸ ਕਰਕੇ ਜਿਹੜੀ ਹੈਗੀ ਇਲੈਕਸ਼ਨ ਨਹੀਂ ਹੋਈ
ਤੇ ਅਸੀਂ ਅਨਅਪੋਜ਼ਡ ਉਹਨਾਂ ਨੂੰ ਡਿਕਲੇਅਰ ਕਰ ਦਿੱਤਾ ਜੀ। ਆਓ ਸੁਣਦੇ ਹਾਂ ਅੱਜ ਦੇ ਤਾਜ਼ਾ ਸਿਆਸੀ ਬਿਆਨ। ਜਿਹੜੀ ਅੱਗੇ ਅਸੀਂ ਬਾਹਰ ਰੌਲਾ ਪਾਉਂਦੇ ਸੀ, ਸਾਡੀ ਕੋਈ ਨਹੀਂ ਸੀ ਸੁਣਦਾ, ਹੁਣ ਅਸੀਂ ਸੰਸਦ 'ਚ ਬੋਲਾਂਗੇ। ਉੱਥੇ ਉਹ ਜਿਹੜੀ ਆਵਾਜ਼ ਜਾਊਗੀ ਲੋਕਾਂ ਤੱਕ ਵੀ ਜਾਊਗੀ ਸਰਕਾਰ ਤੋਂ, ਕਿਉਂਕਿ ਜਿਹੜਾ ਅਪਰ ਹਾਊਸ ਹੁੰਦਾ ਉਹ ਬਣਾਈ ਇਸੇ ਕਰਕੇ ਕਿ ਜਿਹੜੇ ਲੋਕ ਮਤਲਬ ਹਿੱਸਾ ਨਹੀਂ ਪਰ ਉਹ ਸਮਾਜ ਵਿੱਚ ਕੁਝ ਕਰ ਰਹੇ, ਉੱਥੇ ਜਾ ਕੇ ਉਹ ਸਰਕਾਰ ਨੂੰ ਚਲਾਉਣ ਵਿੱਚ, ਸਿਸਟਮ ਨੂੰ ਨੀਤੀਆਂ ਬਣਾਉਣ ਦੇ ਵਿੱਚ ਆਪਣੀ ਗੱਲ ਕਹਿ ਸਕਣ। ਇਸੇ ਕਰਕੇ ਅਸੀਂ ਉਸ ਉੱਥੇ ਜਾ ਰਹੇ। ਪਾਰਟੀ ਦੇ ਜਿਹੜਾ ਜਜ਼ਬਾ ਉਹ ਸਾਰੀ ਲੁਕਾਈ ਨਹੀਂ, ਇੱਕ ਪ੍ਰੇਰਨਾ ਦਿੰਦਾ ਸੱਚ ਦੇ ਪਹਿਰਾ ਤੇ ਸਬਰ ਨਾਲ ਜਿਹੜਾ ਜ਼ੁਲਮ ਦਾ ਟਾਕਰਾ ਕਰਨ ਦਾ ਇੱਕ ਸੰਦੇਸ਼ ਦਿੰਦਾ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਵੀ ਹੈ ਕਿ ਸਾਨੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਸਮਰਿੱਧੀ ਸਾਡੇ ਪੰਜਾਬ ਨੂੰ, ਸਾਡੇ ਦੇਸ਼ ਨੂੰ ਬਖਸ਼ੇ। ਮਾਹੌਲ ਪਰਮਾਤਮਾ ਦਾ ਠੀਕ ਹੋਏ, ਬਾਕੀ ਸਰਕਾਰ ਦਾ ਕੰਮ, ਸਰਕਾਰ ਆਪਦਾ ਕੰਮ ਕਰ ਰਹੀ। ਦੇਖੋ ਜੀ, ਟ੍ਰੇਨਿੰਗ ਸੈਸ਼ਨ ਜਿਹੜਾ ਹੈ ਉਹ ਮੁਲਤਵੀ ਹੋਇਆ। ਉਹ ਇੱਕ ਦੋ ਜਿਹੜੇ ਸਾਡੇ ਸਪੋਰਟਸ ਪਰਸਨ ਸੀ ਉਹ ਐਡ ਕਰਨੇ ਸੀ ਜੀ, ਉਹਨਾਂ ਨੂੰ ਡੇਟ ਲੈ ਕੇ ਟ੍ਰੇਨਿੰਗ ਸੈਸ਼ਨ ਕਰਾਂਗੇ। ਬਹੁਤ ਜ਼ਰੂਰੀ ਹੈ ਕਿਉਂਕਿ ਲੋਕਤੰਤਰ ਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਕਰ ਲਈ ਜਿਹੜੇ ਸਾਡੇ ਫਸਟ ਟਾਈਮਰ ਜਿਹੜੇ ਵਿਧਾਇਕ ਨੇ, ਔਰ 89 ਦੇ ਕਰੀਬ ਫਸਟ ਟਾਈਮਰ ਨੇ ਜੀ, ਸੋ ਉਹਨਾਂ ਸਾਰਿਆਂ ਦੀ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਉਧਰ ਆਮ ਆਦਮੀ ਪਾਰਟੀ ਦੀ ਐਮਐਲਏ ਜੀਵਨਜੋਤ ਕੌਰ ਨੇ ਸਿੱਧੂ ਮੂਸੇਵਾਲੇ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਅਤੇ ਵਿਰੋਧੀ ਸਿਆਸੀ ਪਾਰਟੀਆਂ ਤੇ ਵੀ ਨਿਸ਼ਾਨਾ ਸਾਧਿਆ। ਸਿੱਧੂ ਮੂਸੇਵਾਲੇ ਦੀ ਮੌਤ ਤੇ ਪੰਜਾਬ ਦਾ ਹਰ ਪਰਿਵਾਰ ਸੋਗ ਵਿੱਚ ਹੈ। ਪਾਰਟੀਬਾਜ਼ੀ ਤੋਂ ਉੱਠ ਕੇ ਹਰ ਪਰਿਵਾਰ ਦੇ ਵਿੱਚ ਇੱਕ ਵੱਡੀ ਦੁੱਖ ਦੀ ਲਹਿਰ ਹੈ। ਕਿਸੇ ਨੂੰ ਸਿੱਧੂ ਮੂਸੇਵਾਲੇ ਦੇ ਵਿੱਚ ਆਪਣਾ ਪੁੱਤ ਦਿਖਦਾ ਸੀ, ਕਿਸੇ ਨੂੰ ਭਰਾ ਦਿਖਦਾ ਸੀ ਤੇ ਕਿਸੇ ਨੂੰ ਇੱਕ ਦੋਸਤ ਦਿਖਦਾ ਸੀਗਾ। ਸੋ ਪਾਰਟੀਬਾਜ਼ੀ ਤੋਂ ਉੱਠ ਕੇ ਹਰ ਪੰਜਾਬ ਦਾ ਅੱਜ ਬੱਚਾ, ਹਰ ਭੈਣ, ਹਰ ਮਾਂ, ਹਰ ਭਰਾ, ਪਿਓ ਰੋਇਆ ਹੈ। ਭਗਵੰਤ ਸਿੰਘ ਮਾਨ ਹੋਣੀ ਸਾਡੇ ਮੁੱਖ ਮੰਤਰੀ ਆਪਣਾ ਫਰਜ਼ ਨਿਭਾਉਂਦਿਆਂ ਅੱਜ ਪਿੰਡ ਮੂਸੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਜਾਣ ਵਾਲੇ ਸੀ, ਔਰ ਉਸ ਤੋਂ ਪਹਿਲਾਂ ਕਾਂਗਰਸ ਦੇ ਐਕਸ ਐਮਐਲਏ ਨੇ ਉੱਥੇ ਜਾ ਕੇ ਜਿਹੜਾ ਵੱਡਾ ਉੱਥੇ ਬਵਾਲ ਖੜਾ ਕੀਤਾ ਹੈ, ਇਹ ਇਸ ਚੀਜ਼ ਦਾ ਇੱਕ ਵੱਡਾ ਗਵਾਹ ਹੈ। ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਸਭ ਇਹ ਚੰਗੀ ਤਰ੍ਹਾਂ ਦੇਖ ਰਹੇ ਹੋ ਤੇ ਇਹਨੂੰ ਦੇਖ ਕੇ ਪਛਾਣੋ, ਔਰ ਉੱਥੇ ਹੀ ਨਾਲ ਅਸੀਂ ਕਾਂਗਰਸ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ, ਰਾਜਨੀਤੀ ਬੰਦ ਕਰੋ ਤੇ ਹੋਸ਼ ਵਿੱਚ ਆਓ। ਉਧਰ ਕੱਲ ਮਾਨਸਾ ਜ਼ਿਲ੍ਹੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਵੱਖੋ ਵੱਖਰੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਜ਼ਰੀਏ ਉਹਨਾਂ ਨੇ ਪੰਜਾਬ ਸਰਕਾਰ ਨਾਲ ਵੱਡੀਆਂ ਮੰਗਾਂ ਰੱਖੀਆਂ। ਆਓ ਸੁਣਦੇ ਹਾਂ ਵਿਦਿਆਰਥੀਆਂ ਦੀ ਜ਼ੁਬਾਨੀ। ਅੱਜ ਅਸੀਂ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਆਈਸਾ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਮਾਰਚ ਕੀਤਾ ਹੈ। ਇਹ ਮਸਲਾ ਇਹ ਹੈ ਜੋ ਪਿਛਲੇ ਦਿਨਾਂ ਦੇ ਵਿੱਚ 29 ਮਈ ਨੂੰ ਸਾਡੇ ਭਰਾ ਸਿੱਧੂ ਮੂਸੇਵਾਲਾ ਜੋ ਪੰਜਾਬੀ ਵਿਸ਼ਵ ਦੇ ਵਿੱਚ ਪ੍ਰਸਿੱਧ ਕਲਾਕਾਰ ਸੀ, ਉਹਦੀ ਜਵਾਰਕੇ ਵਿਖੇ ਗੋਲੀਆਂ ਮਾਰ ਕੇ ਗੈਂਗਸਟਰਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਇਹ ਉਸ ਦੇ ਵਿਰੋਧ ਵਿੱਚ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਸੀਂ ਰੋਸ ਮਾਰਚ ਕੀਤਾ। ਅੱਜ ਜਿਹੜਾ ਕੀਤਾ ਗਿਆ ਇਨਸਾਫ ਮਾਰਚ, ਤੇ ਇਹ ਇਸ ਲਈ ਕੀਤਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਵੱਧ ਰਿਹਾ ਹੈਗਾ ਤੇ ਪੰਜਾਬ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਗੈਂਗਸਟਰਵਾਦ ਨੂੰ ਖਤਮ ਕਰਕੇ ਉਹ ਕੋਈ ਵੀ ਗਰੁੱਪ ਹੋਣ ਉਹਨਾਂ 'ਤੇ ਰੋਕ ਲਾਉਣੀ ਚਾਹੀਦੀ ਹੈ, ਉਹਨਾਂ ਦੇ ਫੇਸਬੁੱਕ ਅਕਾਊਂਟਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ। ਰੋਕ ਲਾ ਕੇ ਤੇ ਪੰਜਾਬ ਸਰਕਾਰ ਪੰਜਾਬ ਦਾ ਮਾਹੌਲ ਸਿਖਲਾਈ ਬਣਾਏ, ਸੌਖਾ ਬਣਾਵੇਗੀ ਵੀ ਉੱਥੇ ਰਹਿਣ ਤੋਂ ਸਾਨੂੰ ਖਤਰਾ ਨਾ ਹੋਵੇ, ਅਤੇ ਸਿੱਧੂ ਮੂਸੇਵਾਲੇ ਦੇ ਜੋ ਕਾਤਲ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਸਾਡੇ ਵੀਰ ਨੂੰ ਤੇ ਉਹਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਸਾਡੀ ਆਲ ਇੰਡੀਆ ਸਟੂਡੈਂਟ ਯੂਨੀਅਨ ਆਈਸਾ ਵੱਲੋਂ ਇੱਕ ਮਾਰਚ ਰੱਖਿਆ ਗਿਆ। ਸਿੱਧੂ ਮੂਸੇਵਾਲੇ ਦਾ ਜਿਹੜਾ ਨੌਜਵਾਨ ਗਾਇਕ ਦਾ ਬੇਰਹਿਮੀ ਨਾਲ ਕਤਲ ਕੀਤਾ, ਉਹਦੇ ਕਾਤਲਾਂ ਨੂੰ ਗ੍ਰਿਫਤਾਰ ਕਰਾਉਣ ਦੇ ਲਈ, ਉਹ ਦਾ ਕਤਲ ਹੋਣਾ ਅਸੀਂ ਕਹਿੰਦੇ ਬਹੁਤ ਮੰਦਭਾਗੀ ਘਟਨਾ। ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਨੌਜਵਾਨਾਂ ਨੂੰ ਕੰਮ ਦੇ ਕੇ ਇਸ ਪਾਸਿਓਂ ਮੋੜਿਆ ਜਾਵੇ, ਨਸ਼ਿਆਂ ਦਾ ਖਾਤਮਾ ਕੀਤਾ ਜਾਵੇ। ਅਮਨ ਸ਼ਾਂਤੀ ਕਾਇਮ ਕਰਨ ਦੇ ਲਈ ਸਰਕਾਰ ਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ, ਪਰ 60 ਦਿਨਾਂ ਦੇ ਮਤਲਬ 60-65 ਦਿਨਾਂ ਦੇ ਇਹਨਾਂ ਦੇ ਰਾਜ ਦੌਰਾਨ 60 ਤੋਂ ਉੱਤੇ ਡੇਲੀ ਦਾ ਇੱਕ ਕਤਲ ਹੋ ਰਿਹਾ। ਇਸ ਲਈ ਅੱਜ ਸਾਡੀ ਸਟੂਡੈਂਟ ਯੂਨੀਅਨ ਵੱਲੋਂ ਅਸੀਂ ਜਿਹੜਾ ਮਾਰਚ ਕੀਤਾ ਸੀ, CPIML ਲਿਬਰੇਸ਼ਨ ਵੱਲੋਂ ਇਹਨਾਂ ਦਾ ਸਮਰਥਨ ਕੀਤਾ ਵੀ ਇਹ ਜਾਇਜ਼ ਗੱਲ ਆ, ਇਨਸਾਫ ਮਿਲਣਾ ਚਾਹੀਦਾ। ਕੱਲ੍ਹ ਨੂੰ ਅਸੀਂ ਵੀ ਇੱਥੇ ਧਰਨਾ ਦੇ ਕੇ ਇਸ ਸਵਾਲ ਨੂੰ ਵੀ ਉਠਾਵਾਂਗੇ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੇਕਸੂਰ ਲੋਕ ਬੈਠੇ ਨੇ ਉਹਨਾਂ ਦੀ ਰਿਹਾਈ ਦਾ ਸਵਾਲ ਵੀ ਉਠਾਵਾਂਗੇ। ਉਧਰ ਲੁਧਿਆਣਾ ਵਿਖੇ ਕੱਲ ਵਰਲਡ ਬਾਈਸਾਈਕਲ ਡੇ ਮਨਾਇਆ ਗਿਆ। ਇਸ ਵਿੱਚ ਬਜ਼ੁਰਗ, ਬੱਚੇ ਅਤੇ ਨੌਜਵਾਨਾਂ ਨੇ ਵੀ ਹਿੱਸਾ ਲਿਆ। ਇਸ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਨਾਲ ਸਾਂਝੀ ਕੀਤੀ। ਲੁਧਿਆਣਾ ਲਈ ਇੱਕ ਬਹੁਤ ਹੀ ਖਾਸ ਦਿਨ ਹੈ
ਬਹੁਤ ਵੱਡੀ ਸਾਈਕਲ ਇੰਡਸਟਰੀ ਜਿਹੜੀ ਹੈ ਲੁਧਿਆਣਾ ਤੋਂ ਆਪਰੇਟ ਕਰਦੀ ਹੈ, ਇੱਥੇ ਲੱਗੀ ਹੋਈ ਹੈ ਔਰ ਇੱਥੇ ਦੇ ਜਿਹੜੇ ਵਸਨੀਕ ਹੈ वो भी बहुत ज़्यादा एंथुजियास्टिक हैं। काफ़ी जगह साइकिलिस्ट जो हैं उनके अपने ग्रुप्स बने हुए हैं, तो एक बहुत अच्छा ही एक्सरसाइज का ज़रिया भी है, फिटनेस का ज़रिया है और एक तरीके से जो कार्बन जो हमारा खर्च होता है इस करके कि बहुत पोल्यूशन भी बढ़ता है, कार्बन लोड बढ़ता है, ग्लोबल वार्मिंग का जो खतरा है उस सब के अंदर साइकिल अगर यूज़ होता है तो उतना ही हमारे एनवायरनमेंट के लिए बेटर रहेगा। तो क्या मैसेज देना चाहेंगे जो बहुत अच्छी बात है कि जितने लोग इस चीज़ को अपनाते हैं वो है, पर इसके साथ साथ ये ज़रूरी है कि साइकिलिस्ट जो है उनको अपना ध्यान भी रखना चाहिए क्योंकि एक्सीडेंट्स भी बहुत ज़्यादा होते हैं और ज़रूरी रहता है कि अपनी जो है सुरक्षा का भी पूरा ख्याल रखे हो। सर जब आप लुधियाना में आए थे, आप भी पहली बार साइकिल दुकानों में गए थे, कैसे आपकी रूटीन? तो साइकिल एक अच्छा जरिया है शहर को देखने के लिए, जानने के लिए, क्योंकि आप धीरे धीरे एरिया से निकलते हो, उसमें आसपास चीज़ें आप देख सकते हो और ऑब्जर्व कर सकते हो ज़्यादा। तो एक बहुत अच्छा एक जरिया है, इसको जितना अपनाया जा सकता है अपनाना चाहिए और डिफरेंट वेट्स के अंदर भी जब लोग यूज़ करेंगे इसको तो मुझे लगता है उनकी हेल्थ ही नहीं जो है ओवरऑल एक कल्चर भी डेवलप होगा जहाँ पे कि साइकिलिस्ट के लिए सुविधाएं बनेंगी। ਨਾ ਸਿਰਫ ਐਕਸਰਸਾਈਜ਼ ਦੇ ਤੌਰ ਤੇ ਬਲਕਿ ਇੱਕ ਆਵਾਜਾਈ ਦੇ ਸਾਧਨ ਦੇ ਤੌਰ ਤੇ ਵੀ ਸਾਈਕਲਿੰਗ ਨੂੰ ਅਪਣਾਈਏ। ਇਹਦੇ ਨਾਲ ਇੱਕ ਤਾਂ ਸਾਡੀ ਸਿਹਤ ਵੀ ਚੰਗੀ ਰਹੇਗੀ, ਦੂਜਾ ਇਹਦੇ ਨਾਲ ਵਾਤਾਵਰਣ ਨੂੰ ਵੀ ਫਾਇਦਾ ਹੋਏਗਾ, ਅਸੀਂ ਆਪਣੇ এনवायरमेंट ਨੂੰ ਵੀ ਬਚਾ ਸਕਾਂਗੇ, ਪੋਲਿਊਸ਼ਨ ਨੂੰ ਰੋਕ ਸਕਾਂਗੇ, ਲੁਧਿਆਣਾ ਦੀ ਟ੍ਰੈਫਿਕ ਦੀ ਪ੍ਰੋਬਲਮ ਨੂੰ ਘਟਾ ਸਕਾਂਗੇ। ਸੋ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ ਤੇ ਮੇਰਾ ਸਾਰੇ ਲੋਕਾਂ ਨੂੰ, ਲੁਧਿਆਣਾ ਦੇ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਅਸੀਂ ਵੱਧ ਤੋਂ ਵੱਧ ਸਾਈਕਲਿੰਗ ਨੂੰ ਅਪਣਾਈਏ, ਨਾ ਸਿਰਫ ਅੱਜ ਲਈ ਬਲਕਿ ਹਮੇਸ਼ਾ ਦੇ ਲਈ ਆਪਣੀ ਲਾਈਫ ਵਿੱਚ ਇਸ ਨੂੰ ਅਪਣਾਈਏ। ਹੁਣ ਗੱਲ ਕਰਦੇ ਹਾਂ ਬਰਨਾਲਾ ਦੀ। ਬਰਨਾਲਾ ਵਿੱਚ 8ਵੀਂ ਜਮਾਤ ਦੇ ਵਿਦਿਆਰਥੀ ਨੇ 600 ਵਿੱਚੋਂ 600 ਅੰਕ ਪ੍ਰਾਪਤ ਕਰਕੇ ਆਪਣੇ ਸਕੂਲ, ਅਧਿਆਪਕਾਂ ਅਤੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਇਸ ਦੌਰਾਨ ਇਸ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਆਓ ਸੁਣਦੇ ਹਾਂ ਇਸ ਦੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ। 8ਵੀਂ ਕਲਾਸ ਦੇ ਵਿੱਚੋਂ 600 ਦੇ ਵਿੱਚੋਂ 600 ਅੰਕ ਲੈ ਕੇ ਇਹ ਬੱਚਾ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ। ਪਿੰਡ ਦੇ ਲਈ, ਪਿੰਡ ਗੁੰਮਟੀ ਦੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ, ਮੇਰੇ ਹਲਕੇ ਦੇ ਲਈ ਤੇ ਜ਼ਿਲ੍ਹੇ ਬਰਨਾਲੇ ਦੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ। ਮੈਂ ਜਿੱਥੇ ਦੇ ਮਾਤਾ ਪਿਤਾ ਨੂੰ ਬਹੁਤ ਦਿਲ ਦੀਆਂ ਗਹਿਰਾਈਆਂ 'ਚ ਮੁਬਾਰਕਾਂ ਦਿੰਦਾ ਤੇ ਸਾਰੇ ਸਟਾਫ ਦਾ ਵੀ ਬਹੁਤ ਧੰਨਵਾਦ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਇਹ ਕੋਚਿੰਗ ਲੈਣਾ ਚਾਹੂਗਾ ਮੇਰੇ ਵੱਲੋਂ, ਜਾਣੀ ਕਿ ਕੋਈ ਵੀ ਜਿੱਥੇ ਵੀ ਇਹ ਸਾਡੀ ਮਦਦ ਲੈਣਾ ਚਾਹੂਗਾ ਅਸੀਂ ਹਰ ਤਰ੍ਹਾਂ ਦੀ ਸੰਭਵ ਮਦਦ ਕਰਾਂਗੇ। ਮੈਂ ਦਿਨ 'ਚ 4-5 ਘੰਟੇ ਪੜ੍ਹਦਾ ਹੁੰਦਾ ਸੀ। ਬਾਕੀ ਮੇਰੇ ਟੀਚਰਾਂ ਨੇ ਮੇਰਾ ਬਹੁਤ ਸਹਿਯੋਗ ਕੀਤਾ ਜੀ ਤੇ ਮੇਰੇ ਪਿਤਾ ਜੀ ਦੇ ਨਾਂ ਹੋਣ ਕਰਕੇ ਮੇਰੀ ਮਾਤਾ ਜੀ ਨੇ ਮੈਨੂੰ ਪੜ੍ਹਾਇਆ ਜੀ। ਮੇਰੀ ਮਾਤਾ ਜੀ ਨੇ ਮੈਨੂੰ ਜੀ ਸਿਲਾਈ ਕਢਾਈ ਕਰਕੇ ਪਾਲਿਆ ਪੋਸਿਆ ਜੀ ਤੇ ਪੜ੍ਹਾਇਆ। ਮੈਂ ਬਹੁਤ ਮਿਹਨਤ ਕਰਦਾ ਸੀ ਜੀ। ਮੈਂ ਜੀ ਮੇਰਾ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਪੂਰੇ ਪੰਜਾਬ ਵਿੱਚ ਫਸਟ ਆਵਾਂ। ਮੈਨੂੰ ਆਪਣੇ ਬੱਚੇ ਤੇ ਮਾਣ ਆ ਵੀ ਇੰਨੀਆਂ ਮੁਸੀਬਤਾਂ ਵੀ ਝੱਲਦੇ ਹੋਏ ਤਾਂ ਮੇਰੇ ਬੱਚਾ ਐਸੇ ਮਕਾਮ ਤੇ ਪਹੁੰਚਿਆ ਜੀ। ਜਿਹੜਾ ਮੇਰੇ ਬੱਚੇ ਦਾ ਸੁਪਨਾ ਜੀ ਉਹ ਪੂਰਾ ਹੋਵੇ ਇਹੀ ਮੰਗ ਕਰਦੀ ਹਾਂ ਜੀ ਮੈਂ। ਮੇਰੇ ਬੱਚੇ ਦਾ ਸੁਪਨਾ ਜੀ ਡਿਪਟੀ ਕਮਿਸ਼ਨਰ ਬਣਨਾ ਜੀ ਮੇਰੇ ਬੱਚੇ ਨੇ ਜੀ। ਮੈਂ ਸਰਕਾਰ ਤੋਂ ਇਹੀ ਮੰਗ ਕਰਦੀ ਹਾਂ ਕਿ ਮੇਰੇ ਬੱਚੇ ਦਾ ਸੁਪਨਾ ਪੂਰਾ ਕਰਨ ਵਾਸਤੇ ਉਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਬਹੁਤ ਮਨ ਖੁਸ਼ ਹੈ ਜੀ। ਮੈਂ ਆਪਦੇ ਵੱਲੋਂ, ਮਾਨਯੋਗ ਸਿੱਖਿਆ ਮੰਤਰੀ ਜੀ ਵੱਲੋਂ, ਸਮੁੱਚੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇਹ ਬੱਚੇ ਦੇ ਪੇਰੈਂਟਸ ਇਹਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਇਹਦੇ ਦੇ ਜਿਹੜੇ ਸਟਾਫ ਮੈਂਬਰ ਆ, ਖਾਸ ਕਰ ਜਿਵੇਂ ਇੱਕ ਟੀਚਰ ਸਾਡੇ ਸਾਇੰਸ ਮਿਸਟਰ ਮੈਡਮ, ਉਹ ਮੈਥ ਵੀ ਪੜ੍ਹਾਉਂਦੇ ਸੀ, ਸਾਇੰਸ ਵੀ ਪੜ੍ਹਾਉਂਦੇ ਸੀ ਔਰ ਦੋਨਾਂ ਦੇ ਵਿੱਚੋਂ 100% ਨੰਬਰ ਲਾਇਆ ਹੈ ਬੱਚੇ ਨੇ। ਬਹੁਤ ਵੱਡੀ ਇਹਦੀ ਪ੍ਰਾਪਤੀ ਹੈ ਔਰ ਇਹਨੂੰ ਅਸੀਂ ਅਡਾਪਟ ਵੀ ਕਰਦੇ ਹਾਂ। ਜਿੰਨਾ ਚਿਰ ਪੜੂਗਾ ਇਹ ਸਾਰਾ ਖਰਚਾ ਸਾਡੇ ਦਫ਼ਤਰ ਵੱਲੋਂ ਕੀਤਾ ਜਾਊਗਾ। ਉਧਰ ਕੱਲ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਇੱਕ ਸਟੇਡੀਅਮ ਦੇ ਵਿੱਚ ਸਾਈਕਲ ਰੈਲੀ ਦਾ ਆਯੋਜਨ ਕੀਤਾ। ਉਹਨਾਂ ਇਸ ਸਾਈਕਲ ਰੈਲੀ ਤੋਂ ਬਾਅਦ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਵੀ ਕੀਤਾ। ये माननीय प्रधानमंत्री नरेंद्र मोदी जी का संकल्प है कि हम देश भर में खेलों को बढ़ावा देंगे, तो उसी के साथ साथ फिटनेस की मुहिम को आगे बढ़ाने के लिए फिट इंडिया कैंपेन को भी, जहां 9.5 करोड़ से ज्यादा लोग देश भर में उससे जुड़े, मैं आज एक बार फिर आह्वान करता हूं कि एक और फिट इंडिया मूवमेंट को आगे बढ़ाने के लिए आप साइकिल को अपनाइए, फिट इंडिया मोबाइल ऐप को डाउनलोड कीजिए ताकि आप अपने फिटनेस का स्कोर देख सकें। खेलों को आगे बढ़ाने के लिए आप अलग अलग इवेंट्स का आयोजन कीजिए ताकि लोग इवेंट्स में जुड़े। ये इवेंट्स के माध्यम से ही जागरूकता होती है। और आज मैं युवा कार्यक्रम विभाग का आभार भी प्रकट करता हूं कि देश भर में आपने इसका आयोजन किया है।
ड्रोन के माध्यम से अभी जब आप सभी साइकिलिस्ट को चलते हुए दिखाया जाएगा, ये 7.5 किलोमीटर का आप दायरा जब यहाँ पर कवर करेंगे और वापस यहाँ पर पहुंचेंगे तो देश भर में हजारों किलोमीटर साइकिल उस समय चल चुकी होगी। ये अपने आप में दिखाएगा कि आजादी का अमृत महोत्सव मनाते हुए हम साइकिल को अपनाएंगे, फिटनेस अभियान को आगे बढ़ावा देंगे और देश भर के करोड़ों लोगों को इस अभियान से जोड़ने का काम करेंगे। ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਕੱਲ ਫਿਰ ਮੁਲਾਕਾਤ ਹੋਏਗੀ। ਬਹੁਤ ਬਹੁਤ ਧੰਨਵਾਦ।